ਚਲੋ ਅਸੀਂ ਮੰਨ ਲੈਂਦੇ ਹਾਂ ਕਿ ਸਾਡੇ ਕੋਲ ਦੋ ਅਜਿਹੀਆਂ ਰੇਖਾਵਾਂ ਹਨ ਜੋ ਆਪਸ ਵਿੱਚ ਇੱਕ ਦੂਜੇ ਨੂੰ ਕਦੇ ਨਹੀਂ ਕੱਟਦੀਆਂ। ਹੁਣ ਇੱਥੇ ਮੇਰੇ ਕੋਲ ਦੋ ਰੇਖਾਵਾਂ ਹਨ ਜਿਨ੍ਹਾਂ ਨੂੰ ਮੈਂ ਮੰਨਦਾ ਹਾਂ ਕਿ ਆਪਸ ਦੇ ਵਿੱਚ ਇੱਕ ਦੂਜੇ ਨੂੰ ਕਦੇ ਨਹੀਂ ਕੱਟਦੀਆਂ। ਹੁਣ ਇਹਨਾਂ ਦੇ ਨਾਮ ਰੱਖ ਲੈਂਦੇ ਹਾਂ। ਪਹਿਲੀ ਰੇਖਾ AB ਹੈ ਅਤੇ ਦੂਜੀ ਰੇਖਾ CD ਹੈ। ਹੁਣ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਦੋਨੋਂ ਹੀ ਰੇਖਾਵਾਂ ਇੱਕ ਹੀ ਤਲ ਤੇ ਹਨ। ਹੁਣ ਜੋ ਤੁਹਾਡੀ ਸਕਰੀਨ ਹੈ ਉਹ ਇੱਕ ਤਲ ਹੈ ਅਤੇ ਇੱਕ ਹੀ ਤਲ ਤੇ ਦੋ ਰੇਖਾਵਾਂ ਹਨ ਅਤੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਕਦੇ ਨਹੀਂ ਕੱਟਦੀਆਂ। ਹੁਣ ਜੋ ਰੇਖਾਵਾਂ ਇੱਕ ਹੀ ਤਲ ਤੇ ਹੋਣ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਕਦੇ ਨਾ ਕੱਟਣ ਤਾਂ ਇਸ ਤਰ੍ਹਾਂ ਦੀਆਂ ਰੇਖਾਵਾਂ ਨੂੰ ਅਸੀਂ ਸਮਾਨਾਂਤਰ ਰੇਖਾਵਾਂ ਆਖਦੇ ਹਾਂ। ਤਾਂ ਇਹ ਸਾਡੇ ਕੋਲ ਹੁਣ ਸਮਾਨਾਂਤਰ ਰੇਖਾਵਾਂ ਹਨ। ਹੁਣ ਇੱਥੇ ਮੇਰੇ ਕੋਲ ਦੋ ਰੇਖਾਵਾਂ ਹਨ AB ਅਤੇ CD। ਇਸ ਤੋਂ ਭਾਵ ਹੋਇਆ ਕਿ ਰੇਖਾ AB ਸਮਾਨਾਂਤਰ ਹੈ। ਇਸ ਤਰ੍ਹਾਂ ਅਸੀਂ ਸਮਾਨਾਂਤਰ ਦਾ ਨਿਸ਼ਾਨ ਲਗਾਉਂਦੇ ਹਾਂ। ਰੇਖਾ AB ਸਮਾਨਾਂਤਰ ਹੈ ਰੇਖਾ CD ਦੇ। ਹੁਣ ਇਹ ਦੋਨੋਂ ਹੀ ਰੇਖਾਵਾਂ ਆਪਸ ਦੇ ਵਿੱਚ ਸਮਾਨਾਂਤਰ ਹਨ। ਹੁਣ ਅੱਗੇ ਮੈਂ ਇਹ ਮੰਨ ਲੈਂਦਾ ਹਾਂ ਕਿ ਇੱਕ ਤੀਸਰੀ ਰੇਖਾ ਹੈ ਜੋ ਇਹਨਾਂ ਦੋਨਾਂ ਹੀ ਰੇਖਾਵਾਂ ਨੂੰ ਕੱਟ ਰਹੀ ਹੈ। ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਇੱਕ ਰੇਖਾ ਹੈ ਜੋ ਕਿ ਪਹਿਲੀ ਰੇਖਾ ਨੂੰ ਇਸ ਬਿੰਦੂ ਤੇ ਕੱਟ ਰਹੀ ਹੈ ਅਤੇ ਦੂਜੀ ਰੇਖਾ ਨੂੰ ਇਸ ਬਿੰਦੂ ਤੇ ਕੱਟ ਰਹੀ ਹੈ। ਇਸ ਲਈ ਇਸ ਰੇਖਾ ਦਾ ਨਾਮ ਹੈ ਕਾਟਵੀ ਰੇਖਾ। ਕਿਉਂਕਿ ਇਹ ਦੋਨੋਂ ਹੀ ਰੇਖਾਵਾਂ ਨੂੰ ਕੱਟ ਰਹੀ ਹੈ ਇਸ ਲਈ ਇਸ ਦਾ ਨਾਮ ਹੈ ਕਾਟਵੀ ਰੇਖਾ। ਅੱਗੇ ਜਦੋਂ ਦੋ ਸਮਾਨਾਂਤਰ ਰੇਖਾਵਾਂ ਨੂੰ ਇੱਕ ਰੇਖਾ ਕੱਟਦੀ ਹੈ ਤਾਂ ਇੱਥੇ ਕਈ ਕੋਣ ਬਣ ਜਾਂਦੇ ਹਨ। 4 ਕੋਣ ਹੇਠਾਂ ਵਾਲੇ ਪਾਸੇ ਹਨ ਅਤੇ 4 ਕੋਣ ਉੱਪਰ ਵਾਲੇ ਪਾਸੇ ਹਨ। ਅਤੇ ਹੁਣ ਅਸੀਂ ਇਹੀ ਦੇਖਣਾ ਹੈ ਕਿ ਕੀ ਇਹਨਾਂ ਕੋਣਾਂ ਦੇ ਵਿੱਚ ਕੋਈ ਸੰਬੰਧ ਹੈ, ਆਪਸ ਦੇ ਵਿੱਚ ਇਹਨਾਂ ਦਾ ਕੋਈ ਸੰਬੰਧ ਹੈ ਜਾਂ ਨਹੀਂ। ਹੁਣ ਅਸੀਂ ਇਸ ਕੋਣ ਤੋਂ ਸ਼ੁਰੂ ਕਰਦੇ ਹਾਂ। ਹੁਣ ਇਹ ਤਾਂ ਤੁਹਾਨੂੰ ਬੜੀ ਆਸਾਨੀ ਨਾਲ ਹੀ ਪਤਾ ਹੈ ਕਿ ਇਸ ਕੋਣ ਦਾ ਸਿਖਰ ਸਨਮੁਖ ਕੋਣ ਇਹ ਵਾਲਾ ਕੋਣ ਹੈ। ਤਾਂ ਸਿਖਰ ਸਨਮੁਖ ਕੋਣ ਹਮੇਸ਼ਾ ਹੀ ਬਰਾਬਰ ਹੁੰਦੇ ਹਨ। ਇਸ ਦਾ ਮਤਲਬ ਇਹ ਦੋਨੋਂ ਕੋਣਾਂ ਦਾ ਮਾਪ ਇੱਕ ਦੂਜੇ ਦੇ ਬਰਾਬਰ ਹੈ। ਇਸੇ ਤਰ੍ਹਾਂ ਹੀ ਇਸ ਕੋਣ ਦਾ ਮਾਪ ਇਸ ਕੋਣ ਦੇ ਬਰਾਬਰ ਹੋਵੇਗਾ ਕਿਉਂਕਿ ਇਹ ਵੀ ਦੋਨੋਂ ਸਿਖਰ ਸਨਮੁਖ ਕੋਣ ਹਨ। ਹੁਣ ਇਹਨਾਂ ਕੋਣਾਂ ਨੂੰ ਬਰਾਬਰ ਦਿਖਾਉਣ ਦੇ ਲਈ ਕਈ ਵਾਰ ਇਸ ਤਰ੍ਹਾਂ ਡਬਲ ਲਾਈਨ ਵੀ ਲੱਗੀ ਹੁੰਦੀ ਹੈ। ਇਸ ਤੋਂ ਭਾਵ ਇਹ ਦਰਸਾਉਣ ਲਈ ਹੀ ਹੁੰਦਾ ਹੈ ਕਿ ਇਹ ਦੋਨੋਂ ਕੋਣ ਆਪਸ ਵਿੱਚ ਬਰਾਬਰ ਹਨ ਅਤੇ ਇਹ ਕੋਣ ਆਪਸ ਵਿੱਚ ਬਰਾਬਰ ਹਨ। ਤੇ ਕਈ ਵਾਰੀ ਡਬਲ ਲਾਈਨ ਦੀ ਥਾਂ ਤੇ ਇਸ ਤਰ੍ਹਾਂ ਦਾ ਨਿਸ਼ਾਨ ਲੱਗਿਆ ਹੁੰਦਾ ਹੈ। ਇਸ ਤੋਂ ਭਾਵ ਸੇਮ ਹੈ ਪਹਿਲਾਂ ਵਾਲਾ ਹੀ ਕਿ ਦੋਨੋਂ ਹੀ ਕੋਣ ਆਪਸ ਦੇ ਵਿੱਚ ਬਰਾਬਰ ਹਨ। ਹੁਣ ਅੱਗੇ ਅਸੀਂ ਦੇਖਦੇ ਹਾਂ ਕਿ ਇਹਨਾਂ ਕੋਣਾਂ ਦਾ ਉੱਪਰ ਵਾਲੇ ਕੋਣਾਂ ਨਾਲ ਕੀ ਸੰਬੰਧ ਹੈ। ਹੁਣ ਅਸੀਂ ਪਹਿਲਾਂ ਦੇਖਦੇ ਹਾਂ ਕਿ ਜੋ ਇਹ ਕੋਣ ਹੈ ਇਸ ਦਾ ਇਸ ਕੋਣ ਨਾਲ ਕੀ ਸੰਬੰਧ ਹੈ। ਇੱਥੇ ਦੇਖਣ ਨੂੰ ਤਾਂ ਇਹ ਦੋਨੋਂ ਹੀ ਕੋਣਾਂ ਦਾ ਮਾਪ ਬਰਾਬਰ ਲੱਗਦਾ ਹੈ। ਵੈਸੇ ਅਸੀਂ ਪ੍ਰੋਟੈਕਟਰ ਦੀ ਸਹਾਇਤਾ ਨਾਲ ਮਾਪ ਕੇ ਦੇਖ ਸਕਦੇ ਹਾਂ ਕਿ ਇਸ ਕੋਣ ਦਾ ਮਾਪ ਕਿੰਨਾ ਹੈ ਅਤੇ ਇਸ ਕੋਣ ਦਾ ਮਾਪ ਕਿੰਨਾ ਹੈ ਅਤੇ ਫਿਰ ਅਸੀਂ ਪਤਾ ਲਗਾ ਲਵਾਂਗੇ ਕਿ ਇਹ ਕੋਣ ਬਰਾਬਰ ਹਨ ਜਾਂ ਨਹੀਂ ਹਨ। ਇੱਥੇ ਮੈਂ ਇੱਕ ਹੋਰ ਤਰੀਕਾ ਵਰਤਦਾ ਹਾਂ। ਇੱਥੇ ਮੈਂ ਇਸ ਪਾਰਟ ਨੂੰ ਕੱਟ ਕੇ ਉੱਪਰ ਵਾਲੇ ਪਾਰਟ ਤੇ ਰੱਖ ਕੇ ਦੇਖਦਾ ਹਾਂ ਕਿ ਕੀ ਇਹਨਾਂ ਦਾ ਨਾਪ ਬਰਾਬਰ ਹੈ ਜਾਂ ਨਹੀਂ। ਹੁਣ ਜਦੋਂ ਮੈਂ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖਿਆ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਇਹਨਾਂ ਦੋਨਾਂ ਹੀ ਕੋਣਾਂ ਦਾ ਮਾਪ ਬਿਲਕੁਲ ਬਰਾਬਰ ਆ ਗਿਆ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਦੋਨੋਂ ਹੀ ਕੋਣ ਬਿਲਕੁਲ ਬਰਾਬਰ ਹਨ, ਇੱਕ ਦੂਜੇ ਦੇ ਸੇਮ ਹਨ। ਮੈਂ ਇਸ ਨੂੰ ਦੁਬਾਰਾ ਵਾਪਸ ਉਸੇ ਥਾਂ ਤੇ ਲੈ ਆਉਂਦਾ ਹਾਂ। ਤਾਂ ਜਦੋਂ ਮੈਂ ਇਸ ਨੂੰ ਕੱਟ ਕੇ ਉੱਪਰ ਰੱਖ ਕੇ ਦੇਖਿਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਕੋਣ ਤੇ ਇਹ ਕੋਣ, ਇਹ ਦੋਨੋਂ ਹੀ ਕੋਣ ਆਪਸ ਦੇ ਵਿੱਚ ਬਰਾਬਰ ਹਨ। ਅੱਗੇ ਹੀ ਦੋਨੋਂ ਹੀ ਕੋਣ ਇਹਨਾਂ ਰੇਖਾਵਾਂ ਦੇ ਉੱਪਰਲੇ ਪਾਸੇ ਅਤੇ ਸੱਜੇ ਪਾਸੇ ਹਨ ਤਾਂ ਇਹ ਕੋਣ ਸੰਗਤ ਕੋਣ ਅਖਵਾਉਂਦੇ ਹਨ। ਤਾਂ ਇਹ ਕੋਣ ਸਾਡੇ ਕੋਲ ਸੰਗਤ ਕੋਣ ਅਖਵਾਉਂਦੇ ਹਨ। ਸੰਗਤ ਕੋਣ। ਤਾਂ ਇੱਥੇ ਅਸੀਂ ਦੇਖਿਆ
ਕਿ ਜਦੋਂ ਵੀ ਦੋ ਰੇਖਾਵਾਂ ਸਮਾਨਾਂਤਰ ਹੋਣ ਅਤੇ ਇੱਕ ਰੇਖਾ ਉਸ ਨੂੰ ਕੱਟੇ ਤਾਂ ਸੰਗਤ ਕੋਣਾਂ ਦਾ ਮਾਪ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ। ਹੁਣ ਅੱਗੇ ਇਸ ਦਾ ਸਿਖਰ ਸਨਮੁਖ ਕੋਣ ਇਹ ਵਾਲਾ ਕੋਣ ਹੈ, ਤਾਂ ਇਹਨਾਂ ਦੋਨਾਂ ਦਾ ਮਾਪ ਆਪਸ ਦੇ ਵਿੱਚ ਬਰਾਬਰ ਹੋਏਗਾ। ਇਸੇ ਤਰ੍ਹਾਂ ਜੋ ਦੂਜੇ ਦੋ ਸਿਖਰ ਸਨਮੁਖ ਕੋਣ ਹਨ, ਇਹਨਾਂ ਦਾ ਮਾਪ ਵੀ ਆਪਸ ਦੇ ਵਿੱਚ ਬਰਾਬਰ ਹੈ। ਆਓ ਹੁਣ ਇਸ ਨੂੰ ਥੋੜਾ ਆਸਾਨੀ ਨਾਲ ਸਮਝਣ ਦੇ ਲਈ ਇਹਨਾਂ ਕੋਣਾਂ ਨੂੰ ਅਸੀਂ ਨੰਬਰ ਦੇ ਦਿੰਦੇ ਹਾਂ। ਇਸ ਕੋਣ ਨੂੰ ਨੰਬਰ 1 ਦਿੱਤਾ, 2 3 4, ਇਸ ਕੋਣ ਦਾ ਨੰਬਰ 5 6 7 ਅਤੇ 8। ਇਸ ਤਰ੍ਹਾਂ ਅਸੀਂ ਇਹਨਾਂ 8 ਹੀ ਕੋਣਾਂ ਨੂੰ ਅਲੱਗ-ਅਲੱਗ ਨਾਮ ਦੇ ਦਿੱਤੇ। ਹੁਣ ਅਸੀਂ ਇੱਥੇ ਦੇਖ ਰਹੇ ਹਾਂ ਕਿ ਜੋ ਕੋਣ 2 ਅਤੇ 4 ਹਨ ਇਹ ਆਪਸ ਦੇ ਵਿੱਚ ਬਰਾਬਰ ਹਨ। ਕੋਣ 2 ਬਰਾਬਰ ਹੈ ਕੋਣ 4 ਦੇ, ਕਿਉਂਕਿ ਦੋਨੋਂ ਹੀ ਸਿਖਰ ਸਨਮੁਖ ਕੋਣ ਹਨ। ਅੱਗੇ ਕੋਣ 4 ਅਤੇ ਕੋਣ 8 ਇਹ ਵੀ ਆਪਸ 'ਚ ਬਰਾਬਰ ਹਨ, ਕਿਉਂਕਿ ਦੋਨੋਂ ਹੀ ਸੰਗਤ ਕੋਣ ਹਨ। ਹੁਣ ਕੋਣ 4 ਬਰਾਬਰ ਹੈ ਕੋਣ 8 ਦੇ, ਕਿਉਂਕਿ ਦੋਨੋਂ ਹੀ ਸੰਗਤ ਕੋਣ ਹਨ। ਤੇ ਅੱਗੇ ਕੋਣ 8 ਬਰਾਬਰ ਹੈ ਕੋਣ 6 ਦੇ, ਤੇ ਕੋਣ 8 ਬਰਾਬਰ ਹੈ ਕੋਣ 6 ਦੇ। ਇਹ ਦੋਨੋਂ ਹੀ ਸਿਖਰ ਸਨਮੁਖ ਕੋਣ ਹਨ। ਹੁਣ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਕੋਣ 4 ਅਤੇ ਕੋਣ 6 ਇਹ ਵੀ ਆਪਸ ਦੇ ਵਿੱਚ ਬਰਾਬਰ ਹਨ। ਕੋਣ 4 ਅਤੇ ਕੋਣ 6 ਇਹ ਦੋਨੋਂ ਹੀ ਆਪਸ 'ਚ ਬਰਾਬਰ ਹਨ। ਹੁਣ ਇਹ ਕੋਣ ਦੋਨੋਂ ਹੀ ਸਮਾਨਾਂਤਰ ਰੇਖਾਵਾਂ ਦੇ ਅੰਦਰਲੇ ਪਾਸੇ ਹਨ ਅਤੇ ਇਸ ਕਾਟਵੀਂ ਰੇਖਾ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਹਨ। ਹੁਣ ਇਸ ਤਰ੍ਹਾਂ ਦੇ ਕੋਣਾਂ ਨੂੰ ਅਸੀਂ ਅੰਦਰਲੇ ਇਕਾਂਤਰ ਕੋਣ ਆਖਦੇ ਹਾਂ। ਅੰਦਰਲੇ ਇਕਾਂਤਰ ਕੋਣ, ਅੰਦਰਲੇ ਇਕਾਂਤਰ ਕੋਣ, ਅੰਦਰਲੇ ਇਕਾਂਤਰ ਕੋਣ ਆਖਦੇ ਹਾਂ। ਹੁਣ ਦੂਜੇ ਪਾਸੇ ਕੋਣ 1 ਅਤੇ ਕੋਣ 3 ਵੀ ਬਰਾਬਰ ਹਨ, ਤਾਂ ਇੱਥੇ ਅਸੀਂ ਲਿਖ ਦਿੰਦੇ ਹਾਂ ਕੋਣ 1 ਬਰਾਬਰ ਕੋਣ 3, ਇਹ ਵੀ ਸਿਖਰ ਸਨਮੁਖ ਕੋਣ ਹਨ। ਅਤੇ ਹੁਣ ਕੋਣ 3 ਦਾ ਸੰਗਤ ਕੋਣ ਕੋਣ 7 ਹੈ, ਕਿਉਂਕਿ ਦੋਨੋਂ ਹੀ ਕੋਣ ਸਮਾਨਾਂਤਰ ਰੇਖਾਵਾਂ ਤੋਂ ਹੇਠਾਂ ਪਾਸੇ ਅਤੇ ਸੱਜੇ ਪਾਸੇ ਹਨ। ਇਸ ਲਈ ਕੋਣ 3 ਦਾ ਸੰਗਤ ਕੋਣ ਕੋਣ 7 ਹੈ ਅਤੇ ਕੋਣ 7 ਦਾ ਸਿਖਰ ਸਨਮੁਖ ਕੋਣ 5 ਹੈ, ਤਾਂ ਕੋਣ 7 ਬਰਾਬਰ ਹੈ ਕੋਣ 5 ਦੇ। ਹੁਣ ਇੱਥੋਂ ਵੀ ਸਾਨੂੰ ਪਤਾ ਲੱਗ ਗਿਆ ਕਿ ਜੋ ਕੋਣ 3 ਹੈ ਉਹ ਕੋਣ 5 ਦੇ ਬਰਾਬਰ ਹੈ। ਹੁਣ ਇੱਥੇ ਸਾਡੇ ਕੋਲ ਕੋਣ 3 ਹੈ ਅਤੇ ਇੱਥੇ ਸਾਡੇ ਕੋਲ ਕੋਣ 5 ਹੈ। ਹੁਣ ਇਹ ਦੋਨੋਂ ਹੀ ਇਹਨਾਂ ਸਮਾਨਾਂਤਰ ਰੇਖਾਵਾਂ ਤੋਂ ਬਾਹਰਲੇ ਪਾਸੇ ਹਨ ਅਤੇ ਕਾਟਵੀਂ ਰੇਖਾ ਤੇ ਇੱਕ ਖੱਬੇ ਪਾਸੇ ਹੈ ਤੇ ਦੂਜਾ ਸੱਜੇ ਪਾਸੇ ਹੈ, ਤਾਂ ਇਹਨਾਂ ਕੋਣਾਂ ਨੂੰ ਅਸੀਂ ਬਾਹਰਲੇ ਇਕਾਂਤਰ ਕੋਣ ਆਖਦੇ ਹਾਂ। ਬਾਹਰਲੇ ਇਕਾਂਤਰ ਕੋਣ, ਬਾਹਰਲੇ ਇਕਾਂਤਰ ਕੋਣ, ਬਾਹਰਲੇ ਇਕਾਂਤਰ ਕੋਣ ਆਖਦੇ ਹਾਂ। ਤਾਂ ਇੱਥੇ ਅਸੀਂ ਦੇਖਿਆ ਕਿ ਜਦੋਂ ਦੋ ਸਮਾਨਾਂਤਰ ਰੇਖਾਵਾਂ ਹੋਣ ਅਤੇ ਇੱਕ ਰੇਖਾ ਉਹਨਾਂ ਨੂੰ ਕੱਟਦੀ ਹੋਵੇ ਤਾਂ ਸੰਗਤ ਕੋਣ ਬਰਾਬਰ ਹੁੰਦੇ ਹਨ। ਇੱਥੇ ਅਸੀਂ ਦੋ ਕੋਣਾਂ ਬਾਰੇ ਗੱਲ ਕੀਤੀ ਸੀ ਕਿ ਕੋਣ 4 ਦਾ ਸੰਗਤ ਕੋਣ ਕੋਣ 8 ਹੈ, ਕਿਉਂਕਿ ਦੋਨੋਂ ਹੀ ਇਹਨਾਂ ਰੇਖਾਵਾਂ ਦੇ ਉੱਪਰਲੇ ਸੱਜੇ ਪਾਸੇ ਹਨ। ਕੋਣ 3 ਦਾ ਸੰਗਤ ਕੋਣ ਕੋਣ 7 ਹੈ, ਕਿਉਂਕਿ ਦੋਨੋਂ ਹੀ ਇਹਨਾਂ ਰੇਖਾਵਾਂ ਦੇ ਹੇਠਾਂ ਸੱਜੇ ਪਾਸੇ ਹਨ। ਇਸ ਤਰ੍ਹਾਂ ਅਸੀਂ ਖੱਬੇ ਪਾਸੇ ਦੇਖਦੇ ਹਾਂ ਕਿ ਕੋਣ 1 ਦਾ ਸੰਗਤ ਕੋਣ ਕੋਣ 5 ਹੈ, ਕਿਉਂਕਿ ਦੋਨੋਂ ਹੀ ਖੱਬੇ ਪਾਸੇ ਤੇ ਉੱਪਰ ਹਨ। ਅਤੇ ਕੋਣ 6 ਦਾ ਸੰਗਤ ਕੋਣ ਕੋਣ 2 ਹੈ। ਇਸ ਤਰ੍ਹਾਂ ਅਸੀਂ ਸੰਗਤ ਕੋਣ ਦੇਖੇ। ਉਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਅੰਦਰਲੇ ਇਕਾਂਤਰ ਕੋਣ ਦੀ। ਹੁਣ ਅਸੀਂ ਇੱਥੇ ਦੇਖਿਆ ਸੀ ਕਿ ਕੋਣ 6 ਕੋਣ 4 ਇਹ ਦੋਨੋਂ ਹੀ ਅੰਦਰਲੇ ਇਕਾਂਤਰ ਕੋਣ ਹਨ। ਇਸੇ ਤਰ੍ਹਾਂ ਹੀ ਕੋਣ 7 ਤੇ ਕੋਣ 1 ਇਹ ਵੀ ਅੰਦਰਲੇ ਇਕਾਂਤਰ ਕੋਣ ਹਨ, ਕਿਉਂਕਿ ਦੋਨੋਂ ਹੀ ਸਮਾਨਾਂਤਰ ਰੇਖਾਵਾਂ ਦੇ ਅੰਦਰਲੇ ਪਾਸੇ ਹਨ ਅਤੇ ਇੱਕ ਕੋਣ ਇਸ ਕਾਟਵੀਂ ਰੇਖਾ ਦੇ ਖੱਬੇ ਪਾਸੇ ਹੈ ਅਤੇ ਦੂਜਾ ਸੱਜੇ ਪਾਸੇ ਹੈ। ਦੂਜਾ ਸੀ ਬਾਹਰੀ ਕੋਣ ਦੇਖਿਆ ਸੀ, ਬਾਹਰੀ ਇਕਾਂਤਰ ਕੋਣ ਕੋਣ 3 ਅਤੇ ਕੋਣ 5। ਹੁਣ ਦੂਜਾ ਇਕਾਂਤਰ ਕੋਣ ਦਾ ਜੋੜਾ ਹੈ ਕੋਣ 2 ਅਤੇ ਕੋਣ 8। ਹੁਣ ਇਹ ਦੋਨੋਂ ਕੋਣ ਵੀ ਸਮਾਨਾਂਤਰ ਰੇਖਾਵਾਂ ਦੇ ਬਾਹਰਲੇ ਪਾਸੇ ਹਨ ਅਤੇ ਇਸ ਕਾਟਵੀਂ ਰੇਖਾ ਦੇ ਇੱਕ ਸੱਜੇ ਪਾਸੇ ਹੈ ਅਤੇ ਦੂਜਾ ਕੋਣ ਖੱਬੇ ਪਾਸੇ ਹੈ।